हाँ जी, सत श्री अकाल स्टूडेंट्स। ਅੱਜ ਬੇਟਾ ਆਪਾਂ MA ਫਸਟ ਦੇ ਪੇਪਰ 3 ਯਾਨੀ ਕਿ ਤੀਸਰਾ ਪੇਪਰ ਭਾਰਤੀ ਤੇ ਯੂਨਾਨੀ ਸਾਹਿਤ ਸਿਧਾਂਤ ਅਤੇ ਵਿਹਾਰਿਕ ਆਲੋਚਨਾ ਸੰਬੰਧੀ ਜੋ ਕੁਐਸਚਨ ਨੇ ਉਹਨਾਂ ਬਾਰੇ ਵਿਚਾਰ ਚਰਚਾ ਕਰਾਂਗੇ। ਯੂਨਿਟ ਤੀਸਰਾ ਦਾ ਜੋ ਕੁਐਸਚਨ ਹੈ ਪਲੈਟੋ ਦੇ ਜੀਵਨ ਕਲਾ ਅਤੇ ਨਾਟਕ ਸੰਬੰਧੀ ਵਿਚਾਰ ਚਰਚਾ ਕਰਾਂਗੇ। ਤਾਂ ਸਭ ਤੋਂ ਬੇਟਾ ਪਹਿਲਾਂ ਆਪਾਂ ਭੂਮਿਕਾ ਬਾਰੇ ਗੱਲ ਕਰਦੇ ਹਾਂ। ਪਲੈਟੋ ਯੂਨਾਨ ਦੇ ਮੁੱਢਲੇ ਜੋ ਦਾਰਸ਼ਨਿਕ ਸੀ ਬੇਟਾ ਅਤੇ ਵਿਚਾਰਵਾਨਾਂ ਵਿੱਚੋਂ ਇੱਕ ਹੈ। ਉਸ ਦਾ ਅਸਲ ਨਾਂ ਪਲਾਤੋਨ ਸੀ। ਕੁਝ ਵਿਦਵਾਨ ਉਸ ਦਾ ਜੋ ਨਾਂ ਹੈ ਉਹ ਅਰਸਤੋਕਲੀਸ ਦੱਸਦੇ ਹਨ। ਤਾਂ ਉਸ ਦਾ ਜਨਮ 427 ਈਸਵੀ ਪੂਰਵ ਵਿੱਚ ਯੂਨਾਨ ਦੇ ਮੱਧ ਭਾਗ ਏਥਨਜ਼ ਵਿੱਚ ਹੋਇਆ। ਉਸ ਸਮੇਂ ਏਥਨਜ਼ ਯੂਨਾਨ ਦੇ ਆਤਿਕਾ ਗਣਰਾਜ ਦੀ ਰਾਜਧਾਨੀ ਸੀ। ਉਸ ਦਾ ਪਰਿਵਾਰ ਬਹੁਤ ਮੰਨਿਆ ਪ੍ਰਮੰਨਿਆ ਸੀ, ਠੀਕ ਹੈ। ਪਰੰਤੂ ਉਸਦੇ ਪਿਤਾ ਦਾ ਨਾਮ ਅਰਸਟੋਨ ਸੀ ਅਤੇ ਮਾਤਾ ਦਾ ਨਾਮ ਪੇਰਿਕਦਿਓਨ ਸੀ। ਅਤੇ ਉਸਦੇ ਜੋ ਪਿਤਾ ਸ਼ਾਹੀ ਘਰਾਣੇ ਬਾਰੇ ਅਤੇ ਮਾਤਾ ਪਿਤਾ ਬਾਰੇ ਭਾਵੇਂ ਆਪਾਂ ਨੂੰ ਕੋਈ ਬਹੁਤੀ ਜਾਣਕਾਰੀ ਨਹੀਂ ਮਿਲਦੀ, ਪਰੰਤੂ ਉਸਦਾ ਜੋ ਗੁਰੂ ਸੀ ਉਹ ਬੇਟਾ ਸ਼ੁਕਰਾਨ ਸੀ। ਅੱਗੇ ਆਪਾਂ ਗੱਲ ਕਰਦੇ ਹਾਂ ਉਹਨਾਂ ਦਾ ਰਾਜਨੀਤੀ ਵੱਲ ਝੁਕਾਅ। ਤਾਂ ਪਲੈਟੋ ਦਾ ਬਚਪਨ ਤੋਂ ਹੀ ਰਾਜਨੀਤੀ ਵੱਲ ਝੁਕਾਅ ਸੀ। ਇਹੋ ਹੀ ਕਾਰਨ ਹੈ ਕਿ ਤਤਕਾਲੀ ਰਾਜਨੀਤਿਕ ਦੁਰਵਸਥਾ ਕਾਰਨ ਅਤੇ ਆਪਣੇ ਗੁਰੂ ਸ਼ੁਕਰਾਨ ਦੇ ਕਾਰਨ ਉਸਨੇ ਇੱਕ ਆਦਰਸ਼ ਗਣਰਾਜ ਬਾਰੇ ਸੋਚਣਾ ਸ਼ੁਰੂ ਕੀਤਾ ਅਤੇ ਅਜਿਹੇ ਗਣਰਾਜ ਦੇ ਨਿਰਮਾਣ ਦਾ ਭਾਰ ਆਪਣੇ ਉੱਪਰ ਲੈਣ ਬਾਰੇ ਸੋਚਿਆ। ਆਦਰਸ਼ਕ ਰਾਜ ਅਤੇ ਆਦਰਸ਼ਕ ਨਾਗਰਿਕਾਂ ਦੀ ਉਸਾਰੀ ਦਾ ਆਧਾਰ ਉਹ ਜਿੱਥੇ ਸਿਹਤਮੰਦ ਸਰੀਰ ਨੂੰ ਮੰਨਦਾ ਸੀ, ਉੱਥੇ ਮਾਨਸਿਕ ਸਿੱਖਿਆ ਨੂੰ ਵੀ ਜ਼ਰੂਰੀ ਸਵੀਕਾਰਦਾ ਸੀ। ਇਹੋ ਹੀ ਕਾਰਨ ਹੈ ਕਿ ਉਸਨੇ ਆਪਣੇ ਗੁਰੂ ਦੀ ਮੌਤ ਤੋਂ 12 ਸਾਲ ਪਿੱਛੋਂ ਏਕੇਡੇਮਸ ਨਾਂ ਦੇ ਸਥਾਨ ਉੱਤੇ ਇੱਕ ਸਿੱਖਿਆ ਸੰਸਥਾ ਦੀ ਸਥਾਪਨਾ ਕੀਤੀ। ਇਸ ਸੰਸਥਾ ਵਿੱਚ ਉਹ ਸਾਰਾ ਜੀਵਨ ਗਣਿਤ, ਦਰਸ਼ਨ ਅਤੇ ਆਚਾਰ ਸ਼ਾਸਤਰ, ਨਿਆਂ, ਗਿਆਨ ਵਿਗਿਆਨ ਦੀਆਂ ਜੋ ਵਿਭਿੰਨ ਸ਼ਾਖਾਵਾਂ ਦੀ ਸਿੱਖਿਆ ਦਿੰਦਾ ਰਿਹਾ ਅਤੇ ਇਹਨਾਂ ਦਾ ਪ੍ਰਚਾਰ ਪ੍ਰਸਾਰ ਵੀ ਕਰਦਾ ਰਿਹਾ। ਪੱਛਮੀ ਪਰੰਪਰਾ ਵਿੱਚ ਗਿਆਨ ਵਿਗਿਆਨ ਦੀ ਲਗਭਗ ਹਰ ਸ਼ਾਖ ਦੇ ਆਰੰਭ ਦਾ ਸਿਹਰਾ ਪਲੈਟੋ ਦੇ ਸਿਰ ਹੀ ਵੱਜਦਾ ਹੈ। ਹਾਂਜੀ, ਅਗਲਾ ਪੁਆਇੰਟ ਹੈ ਬੇਟਾ ਸਮਕਾਲੀ ਦਸ਼ਾ। ਅਧਿਐਨ ਕਰਨ ਤੋਂ ਪਤਾ ਲੱਗਦਾ ਹੈ ਕਿ ਉਸ ਸਮੇਂ ਏਥਨਜ਼ ਕਲਾ, ਸੱਭਿਆਚਾਰ, ਦਰਸ਼ਨ ਅਤੇ ਚਿੰਤਨ ਦਾ ਕੇਂਦਰ ਸੀ। ਉਸ ਤੋਂ ਪਹਿਲਾਂ 5ਵੀਂ ਅਤੇ 4 ਈਸਵੀ ਪੂਰਵ ਦੇ ਸਮੇਂ ਦਰਮਿਆਨ ਕਵੀ ਨੂੰ ਉਪਦੇਸ਼ਕ, ਦੂਰਦਰਸ਼ੀ ਅਤੇ ਸੰਤ ਅਤੇ ਮਾਰਗਦਰਸ਼ਕ ਵੀ ਸਮਝਿਆ ਜਾਂਦਾ ਸੀ ਅਤੇ ਕਾਵਿ ਨੂੰ ਗਿਆਨ ਦਾ ਨਿਚੋੜ। ਇਸ ਵਿੱਚ ਵੀ 460 ਈਸਵੀ ਤੋਂ 430 ਈਸਵੀ ਪੂਰਵ ਪੇਰੀਕਲੇਸ ਦਾ ਜੋ ਸ਼ਾਸਨ ਕਾਲ ਸੀ ਏਥਨਜ਼ ਉੱਪਰ, ਅਤੇ ਪੇਰੀਕਲੇਸ ਦੇ ਸ਼ਾਸਨ ਕਾਲ ਨੂੰ ਇੱਕ ਚਮਤਕਾਰ ਦਾ ਕਾਲ ਵੀ ਆਖਿਆ ਜਾ ਸਕਦਾ ਹੈ। ਪੇਰੀਕਲੇਸ ਦੇ ਸ਼ਾਸਨ ਦੇ ਅੰਤਮ ਦਿਨਾਂ ਵਿੱਚ 431 ਈਸਵੀ ਪੂਰਵ ਵਿੱਚ ਏਥਨਜ਼ ਦੇ ਪੜੋਸੀ ਰਾਜ ਸਮਾਰਟਾ ਨੇ ਇਸ ਰਾਜ ਉੱਤੇ ਹਮਲਾ ਕਰ ਦਿੱਤਾ। ਸਮਾਰਟਾ ਬੁੱਧੀ ਦੇ ਮੁਕਾਬਲੇ ਵਿੱਚ ਸਰੀਰਕ ਤਾਕਤ ਦਾ ਸਮਰਥਕ ਸੀ, ਪਰੰਤੂ ਅੰਤ ਵਿੱਚ ਏਥਨਜ਼ ਦੀ ਹਾਰ ਹੋਈ। ਪਤਾ ਲੱਗਦਾ ਹੈ ਕਿ ਮੁੜ ਕਦੇ ਵੀ ਏਥਨਜ਼ ਉਸ ਪ੍ਰਸਿੱਧੀ ਅਤੇ ਪ੍ਰਾਪਤੀ ਨੂੰ ਨਹੀਂ ਪੁੱਜ ਸਕਿਆ, ਪਰੰਤੂ ਪਿੱਛੋਂ ਜਾ ਕੇ ਉਸਦੀ ਸੱਭਿਅਤਾ, ਦਰਸ਼ਨ, ਚਿੰਤਕ ਦੇ ਸੂਤਰ ਪਹਿਲਾਂ ਰੋਮਨ ਸਾਮਰਾਜ ਦੇ ਨਾਲ ਅਤੇ ਪਿੱਛੋਂ ਯੂਰਪੀ ਜਾਤੀਆਂ ਦੇ ਵਿਸਥਾਰ ਦੇ ਨਾਲ ਵਿਸ਼ਵ ਸੱਭਿਅਤਾ ਦੇ ਜ਼ਰੂਰੀ ਅੰਗ ਬਣ ਗਏ। ਇਸ ਤਰ੍ਹਾਂ ਪਲੈਟੋ ਦਾ ਜੋ ਬਚਪਨ ਏਥਨਜ਼ ਅਤੇ ਸਮਾਰਟਾ ਦੀਆਂ ਯੁੱਧ ਦੀਆਂ ਭਿਆਨਕ ਘੜੀਆਂ ਸਮੇਂ ਭੈਭੀਤ ਹੋਇਆ। ਇੰਜ ਉਸ ਦੇ ਜਨਮ ਤੋਂ 4 ਸਾਲ ਪਹਿਲਾਂ ਸਮਾਰਟਾ ਦਾ ਹਮਲਾ ਹੋਇਆ ਅਤੇ 23 ਸਾਲ ਦੀ ਉਮਰ ਵਿੱਚ ਉਸਨੇ ਆਪਣੇ ਗਣਰਾਜ ਦੀ ਦੁਖਦਾਈ ਅਤੇ ਸ਼ਰਮਨਾਕ ਹਾਰ ਵੇਖੀ। ਸ਼ੁਕਰਾਨ ਦੀ ਮੌਤ ਨੇ ਉਸ ਦੇ ਜੀਵਨ ਦੀਆਂ ਸਾਰੀਆਂ ਯੋਜਨਾਵਾਂ ਨੂੰ ਬਦਲ ਦਿੱਤਾ ਅਤੇ ਉਸ ਨੂੰ ਇੱਕ ਦਾਰਸ਼ਨਿਕ ਬਣਾ ਦਿੱਤਾ। ਕ੍ਰਾਂਤੀਕਾਰੀ ਵਿਚਾਰਧਾਰਾ ਦਾ ਧਾਰਨੀ। ਨੈਕਸਟ ਪੁਆਇੰਟ, ਜਵਾਨੀ ਸਮੇਂ ਪਲੈਟੋ ਕ੍ਰਾਂਤੀਕਾਰੀ ਵਿਚਾਰਾਂ ਨਾਲ ਲੈਸ ਹੋ ਗਿਆ ਸੀ। ਬਹੁਤੇ ਨੌਜਵਾਨਾਂ ਵਾਂਗ ਉਹ ਵੀ ਸਮਝਦਾ ਸੀ ਕਿ ਉਸ ਦਾ ਜਨਮ ਸਰਗਰਮ ਰਾਜਨੀਤੀ ਲਈ ਹੋਇਆ ਹੈ। ਉਸਨੇ ਇੱਕ ਥਾਂ ਆਪ ਲਿਖਿਆ ਕਿ ਜਵਾਨੀ ਵਿੱਚ ਕੁਝ ਦੂਜੇ ਨੌਜਵਾਨਾਂ ਵਾਂਗ ਮੈਂ ਵੀ ਸੋਚਦਾ ਸੀ, ਬਾਲਗ ਹੁੰਦਿਆਂ ਹੀ ਮੈਂ ਰਾਜਨੀਤੀ ਵਿੱਚ ਸਰਗਰਮ ਤੌਰ 'ਤੇ ਭਾਗ ਲਵਾਂਗਾ, ਪਰੰਤੂ
ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਪਲੈਟੋ ਇੱਕ ਕੁਸ਼ਲ ਸਿਆਸਤਦਾਨ ਤਾਂ ਨਹੀਂ ਬਣ ਸਕਿਆ, ਪਰੰਤੂ ਇੱਕ ਮਹਾਨ ਰਾਜਨੀਤਿਕ ਫਿਲਾਸਫਰ ਜ਼ਰੂਰ ਬਣ ਗਿਆ। 399 ਈਸਵੀ ਪੂਰਵ ਵਿੱਚ ਸੁਕਰਾਤ ਦੀ ਮੌਤ ਮਗਰੋਂ ਪਲੈਟੋ ਦਾ ਏਥਨਜ਼ ਵਿੱਚ ਰਹਿਣਾ ਉਚਿਤ ਨਹੀਂ ਸੀ। ਇਸ ਦਾ ਵੱਡਾ ਕਾਰਨ ਇਹ ਸੀ ਕਿ ਉਹ ਸੁਕਰਾਤ ਦਾ ਪ੍ਰਧਾਨ ਸ਼ਿਸ਼ ਸੀ। ਇਸ ਲਈ ਉਸ ਦੀ ਜੋ ਹੋਂਦ ਸੀ ਉਸ ਨੂੰ ਸੰਕਟ ਪੈਦਾ ਹੋ ਗਿਆ ਸੀ। ਉਹ ਆਪਣੇ ਕੁਝ ਦੋਸਤਾਂ ਨਾਲ ਨੇੜੇ ਦੇ ਨਗਰ ਮੇਗਰਾ ਚਲਾ ਗਿਆ। ਉਹ 12 ਸਾਲ ਤੱਕ ਦੂਜੇ ਦੇਸ਼ਾਂ ਵਿੱਚ ਵੱਖ-ਵੱਖ ਵਿਚਾਰਾਂ ਦਾ ਅਧਿਐਨ ਕਰਦਾ ਹੋਇਆ ਯਾਤਰਾ ਕਰਦਾ ਰਿਹਾ। ਪਾਇਥਾਗੋਰਸ ਦੇ ਸਿਧਾਂਤ ਦਾ ਗਿਆਨ ਪ੍ਰਾਪਤ ਕਰਨ ਲਈ ਇਟਲੀ ਅਤੇ ਸਿਸਲੀ ਗਿਆ। ਸਿਸਲੀ ਦੇ ਸਿਰਾਕਿਊਜ਼ ਰਾਜ ਵਿੱਚ ਉਸ ਦੀ ਮੁਲਾਕਾਤ ਦਿਊਨ ਨਾਂ ਦੇ ਅਤਿਅੰਤ ਬਹੁਤ ਜ਼ਿਆਦਾ ਪੜ੍ਹੇ ਲਿਖੇ ਵਿਅਕਤੀ ਅਤੇ ਉੱਥੋਂ ਦੇ ਰਾਜਾ ਦਿਊਨੀਅਸ ਪਹਿਲਾ ਨਾਲ ਹੋਈ। ਫਿਰ ਪਲੈਟੋ ਦੀ ਉਸ ਨਾਲ ਅਣਬਣ ਹੋ ਗਈ। ਉਸ ਦੇ ਚੇਲਿਆਂ ਨੇ ਧਨ ਇਕੱਠਾ ਕਰਕੇ ਏਥਨਜ਼ ਤੋਂ ਬਾਹਰ ਅਕਾਦਮਿਕ ਦਾ ਬਗੀਚਾ ਖਰੀਦ ਲਿਆ ਅਤੇ ਇੱਥੇ ਪਲੈਟੋ ਨੇ 386 ਈਸਵੀ ਪੂਰਵ ਵਿੱਚ ਇੱਕ ਬਗੀਚਾ ਖਰੀਦ ਲਿਆ ਅਤੇ ਇੱਥੇ ਪਲੈਟੋ ਨੇ ਆਪਣੀ ਇੱਕ ਪਾਠਸ਼ਾਲਾ ਖੋਲ੍ਹੀ ਜਿਸ ਵਿੱਚ ਉਸਨੇ ਜੀਵਨ ਦੇ ਬਾਕੀ 40 ਸਾਲ ਗੁਜ਼ਾਰੇ। ਬਾਰਕਰ ਅਨੁਸਾਰ ਪਲੈਟੋ ਦੀ ਅਕਾਦਮੀ ਵਿਗਿਆਨਿਕ ਖੋਜ ਦੀ ਇੱਕ ਪਾਠਸ਼ਾਲਾ ਅਤੇ ਸੰਸਥਾ ਦੋਵੇਂ ਹੀ ਸੀ। ਪਲੈਟੋ ਦੀ ਮੌਤ 81 ਸਾਲ ਦੀ ਉਮਰ ਵਿੱਚ ਹੋ ਗਈ ਸੀ। ਉਹਨਾਂ ਦੀਆਂ ਰਚਨਾਵਾਂ ਬਾਰੇ ਆਪਾਂ ਅੱਗੇ ਗੱਲ ਕਰਾਂਗੇ। ਤਾਂ ਪਲੈਟੋ ਦੀਆਂ ਸਾਰੀਆਂ ਰਚਨਾਵਾਂ ਤਾਂ ਉਪਲਬਧ ਨਹੀਂ ਹਨ, ਪਰੰਤੂ ਕੁਝ ਜੋ ਮੁੱਖ ਤੌਰ 'ਤੇ ਹਨ ਉਹ ਹਨ ਨਾਟਕ ਅਤੇ ਕਵਿਤਾ ਸੰਬੰਧੀ ਉਸਦੇ ਵਿਚਾਰ ਜੋ ਇਆਨ ਕ੍ਰੇਟੇਲਿਸ, ਗਾਰਗਿਆਜ਼, ਪ੍ਰੋਟੋਗੋਰਸ, ਸਿਪੋਜੀਅਮ, ਰਿਪਬਲਿਕ, ਫਿਲੇਬਸ, ਫੇਡਰਸ, ਲਾਜ਼ ਆਦਿ ਮਿਲਦੇ ਆ। ਤਾਂ ਹੁਣ ਅਸੀਂ ਪਲੈਟੋ ਦੀਆਂ ਕਲਾ ਸੰਬੰਧੀ ਜੋ ਧਾਰਨਾਵਾਂ ਹੈ ਉਹਨਾਂ ਬਾਰੇ ਵਿਚਾਰ ਚਰਚਾ ਕਰਾਂਗੇ। ਤੋ ਪਹਿਲਾ ਪੁਆਇੰਟ ਹੈ ਚਿੱਤਰਕਾਰ। ਉਸਨੇ ਆਪਣੀ ਪੁਸਤਕ ਰਿਪਬਲਿਕ ਵਿੱਚ ਕਲਾਕਾਰਾਂ ਦੀਆਂ ਕਿਸਮਾਂ, ਕਲਾ ਦੀ ਬੇਮਿਸਾਲਤਾ ਆਦਿ ਵਿਸ਼ਿਆਂ ਸੰਬੰਧੀ ਆਪਣੀਆਂ ਕੁਝ ਧਾਰਨਾਵਾਂ ਪ੍ਰਤੀਪਾਦਨ ਕੀਤਾ। ਉਹ ਚਿੱਤਰਕਾਰ ਨੂੰ ਛਾਂ ਦਾ ਬਣਾਉਣ ਵਾਲਾ ਦੱਸਦਾ ਹੈ। ਉਸ ਦੀ ਧਾਰਨਾ ਹੈ ਕਿ ਚਿੱਤਰਕਾਰ ਅਸਲ ਦੀ ਥਾਂ ਵਸਤੂ ਦਾ ਪਰਛਾਵਾਂ ਜਾਂ ਛਾਂ ਹੀ ਚਿੱਤਰਦਾ ਹੈ। ਉਹ ਆਪਣੀ ਰਚਨਾ ਰਿਪਬਲਿਕ ਵਿੱਚ ਇੱਕ ਥਾਂ ਆਖਦਾ ਹੈ, ਜਿਵੇਂ ਕਿ ਮੈਂ ਸੋਚਦਾ ਹਾਂ। ਉਹ ਪਰਛਾਵੇਂ ਛਾਂ ਦਾ ਬਣਾਉਣ ਵਾਲਾ ਹੁੰਦਾ ਹੈ। ਅਰਸਤੂ ਨੇ ਵੀ ਕਲਾ ਨੂੰ ਨਕਲ ਦੀ ਨਕਲ ਆਖਿਆ ਹੈ। ਭਾਵੇਂ ਚਿੱਤਰਕਾਰ ਸਿਰਫ ਅਸਲ ਦੀ ਥਾਂ ਪਰਛਾਵਾਂ ਹੀ ਚਿੱਤਰਦਾ, ਫਿਰ ਵੀ ਉਹ ਸਮਝਦਾ ਹੈ ਕਿ ਉਸ ਦਾ ਕੁਝ ਬਣਾਉਣਾ ਗੈਰ ਯਥਾਰਥ ਅਤੇ ਅਸਤ ਨਹੀਂ ਹੁੰਦਾ। ਉਹ ਇੱਕ ਤਰ੍ਹਾਂ ਦੇ ਮੰਜੇ ਦਾ ਨਿਰਮਾਣ ਤਾਂ ਕਰਦਾ ਹੈ, ਪਰ ਉਹ ਅਸਲ ਮੰਜਾ ਨਹੀਂ ਹੁੰਦਾ। ਉਹ ਇਹ ਵੀ ਆਖਦਾ ਹੈ ਕਿ ਕਲਾਕਾਰ ਅਸਲ ਹੋਣ ਵਾਲੇ ਮੰਜੇ ਦਾ ਨਿਰਮਾਣ ਨਹੀਂ ਕਰਦਾ, ਪਰੰਤੂ ਹੋਂਦ ਦੀ ਨਕਲ ਜਾਂ ਪ੍ਰਤੀਰੂਪ ਤਾਂ ਸਿਰਜਦਾ ਹੈ। ਜੇ ਕੋਈ ਆਖੇ ਕਿ ਕਲਾਕਾਰ ਅਸਲ ਹੋਂਦ ਦਾ ਨਿਰਮਾਣ ਕਰਦਾ ਹੈ ਤਾਂ ਇਹ ਨਹੀਂ ਸਮਝਿਆ ਜਾ ਸਕਦਾ ਕਿ ਉਹ ਸੱਚ ਬੋਲ ਰਿਹਾ ਹੈ। ਅੱਗੇ ਆਪਾਂ ਸਿਰਜ ਦੀਆਂ ਕਿਸਮਾਂ ਬਾਰੇ ਗੱਲ ਕਰਾਂਗੇ। ਤਾਂ ਪਲੈਟੋ ਅਨੁਸਾਰ ਸਿਰਜਿਤ ਵਸਤੂ ਦੀਆਂ 3 ਕਿਸਮਾਂ ਹਨ। ਪਹਿਲੀ ਪਰਮਾਤਮਾ ਦੁਆਰਾ, ਦੂਜੀ ਅਸਲ ਵਸਤੂ ਨੂੰ ਸਿਰਜਣ ਵਾਲੇ ਦੁਆਰਾ, ਜਿਵੇਂ ਤਰਖਾਣ ਦੁਆਰਾ ਸਿਰਜਿਆ ਮੰਜਾ, ਅਤੇ ਤੀਜਾ ਚਿੱਤਰਕਾਰ ਦੁਆਰਾ ਚਿੱਤਰੀ ਗਈ ਵਸਤੂ। ਚਿੱਤਰਕਾਰ, ਅਗਲਾ ਪੁਆਇੰਟ ਹੈ ਬੇਟਾ, ਚਿੱਤਰਕਾਰ ਨਿਰਮਾਤਾ ਨਹੀਂ ਹੈ। ਉਸ ਦੀ ਦ੍ਰਿਸ਼ਟੀ ਵਿੱਚ ਬਣਾਈ ਗਈ ਜਾਂ ਚਿੱਤਰ ਵਿੱਚ ਚਿੱਤਰੀ ਚੀਜ਼ ਅਸਲ ਨਹੀਂ, ਸਗੋਂ ਉਸਦਾ ਦੂਜਾ ਜਾਂ ਤੀਜਾ ਨੰਬਰ ਦਾ ਜੋ ਸਥਾਨ ਰੱਖਦੀ ਹੈ। ਇਸ ਦਾ ਇਹ ਕਾਰਨ ਹੈ ਕਿ ਤਰਖਾਣ ਵਸਤੂ ਦਾ ਨਿਰਮਾਤਾ ਨਹੀਂ ਹੈ। ਇਸੇ ਤਰ੍ਹਾਂ ਅਸੀਂ ਚਿੱਤਰਕਾਰ ਨੂੰ ਤਾਂ ਅਸੀਂ ਉਸ ਦਾ ਨਿਰਮਾਤਾ ਆਖ ਹੀ ਨਹੀਂ ਸਕਦੇ। ਉਹ ਤਾਂ ਦੂਜਿਆਂ ਦੁਆਰਾ ਬਣਾਈ ਚੀਜ਼ ਦਾ ਅਨੁਕਰਨ ਕਰਦਾ ਹੈ। ਇੰਝ ਨਕਲ ਕਰਨ ਵਾਲਾ ਪ੍ਰਕਿਰਤੀ ਦੇ ਖੇਤਰ ਵਿੱਚ
ਪਹਿਲਾ ਨਹੀਂ ਸਗੋਂ ਦੂਜਾ ਸਥਾਨ ਰੱਖਦਾ ਹੈ। ਇਸੇ ਤਰ੍ਹਾਂ ਕਰੁਣਾਮਈ ਕਵਿਤਾ ਰਚਨ ਵਾਲਾ ਕਵੀ ਵੀ ਹੋਰ ਨਕਲ ਕਰਨ ਵਾਲਿਆਂ ਵਾਂਗ ਸੱਤ ਤੋਂ ਯਾਨੀ ਕਿ ਸੱਚ ਤੋਂ 2 ਗੁਣਾ ਦੂਰ ਹੈ। ਇੰਜ ਪਲੈਟੋ ਨੇ ਮੂਲ ਸੱਤ ਦਾ ਕਰਤਾ ਪਰਮਾਤਮਾ ਨੂੰ ਉਸ ਸੱਤ ਦੀ ਨਕਲ ਸ੍ਰਿਸ਼ਟੀ ਨੂੰ ਅਤੇ ਉਸ ਦੀ ਕੀਤੀ ਨਕਲ ਕਾਵ ਨੂੰ ਮੰਨਿਆ ਗਿਆ ਹੈ, ਯਾਨੀ ਕਿ ਕਾਵ ਕਲਾ ਨੂੰ ਨਕਲ ਮੰਨਿਆ ਹੈ। ਅਗਲਾ ਪੁਆਇੰਟ ਹੈ ਬੇਟਾ ਅਪੂਰਨਤਾ। ਕਲਾ ਬਾਰੇ ਇਸ ਵਿਦਵਾਨ ਦੀ ਇਹ ਵੀ ਧਾਰਨਾ ਹੈ ਕਿ ਵਿਖਾਈ ਦੇਣ ਵਾਲੇ ਜਗਤ ਦੀਆਂ ਵਸਤਾਂ ਜਿਸ ਦੀ ਉਤਪਤੀ ਦਾ ਸਰੋਤ ਹੀ ਮੂਲ ਆਦਰਸ਼ ਜਾਂ ਵਿਚਾਰ ਹੈ, ਜਦੋਂ ਉਹ ਹੀ ਅਪੂਰਨ ਹੈ, ਫਿਰ ਉਸ ਤੋਂ ਪੁਨਰ ਸਥਾਪਿਤ ਕੀਤੀਆਂ ਗਈਆਂ ਕਲਾਕ੍ਰਿਤੀਆਂ ਤਾਂ ਹੋਰ ਵੀ ਜ਼ਿਆਦਾ ਅਪੂਰਨ ਹੋਣੀਆਂ ਚਾਹੀਦੀਆਂ ਹਨ। ਇਸ ਤਰ੍ਹਾਂ ਕਲਾਕ੍ਰਿਤਾਂ ਸੱਤ ਦੇ ਨੇੜੇ ਨਹੀਂ ਹੁੰਦੀਆਂ, ਸਗੋਂ ਮਨੁੱਖ ਨੂੰ ਸੱਤ ਤੋਂ ਦੂਰ ਲਿਜਾਂਦੀਆਂ ਹਨ। ਇਸ ਤਰ੍ਹਾਂ ਕਲਾ ਸੱਤ ਦੀ ਪਾਲਣਹਾਰ ਨਹੀਂ ਸਗੋਂ ਘਾਤਕ ਹੈ। ਕਲਾ ਦੀ ਸ਼ਕਤੀ। ਅਗਲਾ ਪੁਆਇੰਟ ਹੈ ਪਲੈਟੋ ਦੀ ਇੱਕ ਧਾਰਨਾ ਇਹ ਵੀ ਹੈ ਕਿ ਕਲਾ ਅੰਦਰ ਮਨੁੱਖ ਅਤੇ ਸਮਾਜ ਨੂੰ ਆਪਣੇ ਵੱਲ ਖਿੱਚਣ ਦੀ ਅਦਭੁਤ ਸ਼ਕਤੀ ਵੀ ਹੁੰਦੀ ਹੈ। ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦਾ ਹੈ ਕਿ ਜੇ ਕਲਾ ਦਾ ਢੁਕਵਾਂ ਪ੍ਰਯੋਗ ਕੀਤਾ ਜਾਵੇ ਤਾਂ ਸਮਾਜ ਕਲਿਆਣ ਦੀ ਅਥਾਹ ਸ਼ਕਤੀ ਵੀ ਉਸ ਵਿੱਚ ਵਿਦਮਾਨ ਹੁੰਦੀ ਹੈ। ਉਹ ਇਹ ਵੀ ਆਖਦਾ ਹੈ ਕਿ ਜੇ ਕਲਾ ਦਾ ਸਮੁੱਚਾ ਅਨੁਸ਼ੀਲਨ ਕੀਤਾ ਜਾਵੇ ਤਦ ਜੀਵਨ ਵਿੱਚ ਜੋ ਕੁਝ ਵੀ ਸੰਭਵ ਹੈ, ਚਰਿੱਤਰ ਵਿੱਚ ਜੋ ਕੁਝ ਵੀ ਉਦਾਤ ਹੈ, ਸੌਂਦਰਿਆ ਵਿੱਚ ਜੋ ਕੁਝ ਵੀ ਪ੍ਰੇਰਨਾ ਸ਼ਕਤੀ ਹੈ, ਉਸ ਸਾਰੇ ਨੂੰ ਸਮੁੱਚੇ ਰੂਪ ਵਿੱਚ ਪ੍ਰਾਪਤ ਕੀਤਾ ਜਾ ਸਕਦਾ ਹੈ। ਅਗਲਾ ਪੁਆਇੰਟ ਹੈ ਬੇਟਾ ਆਪਣਾ ਨਾਟਕ ਸੰਬੰਧੀ ਵਿਚਾਰ। ਕਲਾ ਤੋਂ ਇਲਾਵਾ ਪਲੈਟੋ ਨੇ ਨਾਟਕ ਸੰਬੰਧੀ ਵੀ ਵਿਚਾਰ ਆਪਣੇ ਪ੍ਰਗਟਾਏ ਨੇ। ਨਾਟਕ ਸੰਬੰਧੀ ਉਸ ਨੇ ਵਿਚਾਰਾਂ ਨੂੰ ਇਹ ਆਪਣੇ ਸੰਖੇਪ ਰੂਪ 'ਚ ਹੇਠ ਲਿਖੇ ਅਨੁਸਾਰ ਕੀਤਾ ਹੈ। ਜਿਵੇਂ ਕਿ ਪਲੈਟੋ ਦੀ ਧਾਰਨਾ ਹੈ ਕਿ ਨਾਟਕ ਜੋ ਹੈ ਦਰਸ਼ਕਾਂ ਨੂੰ ਨੀਵੀਆਂ ਬਿਰਤੀਆਂ ਵੱਲ ਖਿੱਚਦਾ ਹੈ। ਇਸ ਤੋਂ ਇਸ ਗੱਲ ਦਾ ਵੀ ਸੰਕੇਤ ਮਿਲਦਾ ਹੈ ਕਿ ਉਸਨੇ ਨਾਟਕ ਅਤੇ ਨਾਟਕਕਾਰਾਂ ਉੱਤੇ ਤਿੱਖੇ ਹਮਲੇ ਵੀ ਕੀਤੇ ਹਨ। ਨਾਟਕ ਦੀ ਸਫਲਤਾ ਕੁਝ ਵਿਅਕਤੀਆਂ ਉੱਤੇ ਨਹੀਂ ਹੁੰਦੀ, ਸਗੋਂ ਬਹੁਤ ਗਿਣਤੀ ਦੇ ਲੋਕਾਂ ਉੱਤੇ ਹੁੰਦੀ ਹੈ। ਨਾਟਕ ਰੰਗਮੰਚ ਉੱਤੇ ਖੇਡਣ ਲਈ ਲਿਖਿਆ ਜਾਂਦਾ ਹੈ। ਸਧਾਰਨ ਲੋਕਾਂ ਨੂੰ ਖੁਸ਼ ਕਰਨ ਲਈ ਨਾਟਕਕਾਰਾਂ ਨੂੰ ਨੀਵੀਆਂ ਬਿਰਤੀਆਂ ਦਾ ਵਰਣਨ ਜ਼ਿਆਦਾ ਰੂਪ ਵਿੱਚ ਕਰਨਾ ਪੈਂਦਾ ਹੈ। ਇਹ ਨੀਵੀਆਂ ਬਿਰਤੀਆਂ ਦੁਖਾਂਤ ਵਿੱਚ ਵਰਲਾਪ ਅਤੇ ਕਲੇਸ਼ ਆਦਿ ਦੇ ਰੂਪ ਵਿੱਚ ਪੇਸ਼ ਕੀਤੀਆਂ ਜਾਂਦੀਆਂ ਹਨ ਅਤੇ ਸੁਖਾਂਤ ਵਿੱਚ ਬਿਜਲੀ ਦੀ ਕੜਕ ਅਤੇ ਜੰਗਲੀ ਜਾਨਵਰਾਂ ਦੀਆਂ ਚੀਕਾਂ ਦੇ ਰੂਪ ਵਿੱਚ ਪੇਸ਼ ਕੀਤੀਆਂ ਜਾਂਦੀਆਂ ਹਨ। ਇਸ ਨਾਲ ਦਰਸ਼ਕ ਦੀਆਂ ਨੀਵੀਆਂ ਬਿਰਤੀਆਂ ਦੀ ਸੰਤੁਸ਼ਟੀ ਹੁੰਦੀ ਹੈ ਅਤੇ ਉਸ ਦੀਆਂ ਨੀਵੀਆਂ ਬਿਰਤੀਆਂ ਨੂੰ ਝੰਜੋੜਿਆ ਵੀ ਜਾਂਦਾ ਹੈ। ਪਲੈਟੋ ਅਨੁਸਾਰ ਇਹ ਅਜਿਹੇ ਨਿਮਨ ਕਿਸਮ ਦੇ ਸੁੱਖ ਦਾ ਅਨੁਭਵ ਜਿਸ ਕਾਰਨ ਸਧਾਰਨ ਜੀਵਨ ਵਿੱਚ ਮਨੁੱਖ ਨੂੰ ਖੁਦ ਹੀ ਸ਼ਰਮ ਮਹਿਸੂਸ ਹੁੰਦੀ ਹੈ। ਅਗਲਾ ਹੈ ਬੇਟਾ ਘਟੀਆ ਵਿਅਕਤੀਤਵ ਦਾ ਪ੍ਰਭਾਵ। ਪਲੈਟੋ ਦੀ ਇਹ ਵੀ ਧਾਰਨਾ ਹੈ ਕਿ ਕਦੇ ਕਦੇ ਨਾਟਕ ਵਿੱਚ ਅਭਿਨੈ ਕਰਨ ਵਾਲੇ ਨਾਟਕ ਤੇ ਐਕਟਰਸਾਂ ਉੱਤੇ ਘਟੀਆ ਵਿਅਕਤੀ ਦਾ ਰੋਲ ਕਰਨ ਕਰਕੇ ਘਟੀਆ ਪ੍ਰਭਾਵ ਪੈਂਦਾ ਹੈ। ਡਰੋਕਲ, ਚੋਰ, ਅਪਰਾਧੀ, ਬਦਮਾਸ਼ਾਂ ਦਾ ਲਗਾਤਾਰ ਅਭਿਨੈ ਕਰਨ ਵਾਲੇ ਐਕਟਰਾਂ ਵਿੱਚ ਉਸ ਤਰ੍ਹਾਂ ਦੀਆਂ ਬਿਰਤੀਆਂ ਦਾ ਵਿਕਾਸ ਹੋਣ ਲੱਗਦਾ ਹੈ। ਇਸ ਤਰ੍ਹਾਂ ਉਹਨਾਂ ਦੇ ਚਰਿੱਤਰ ਨੂੰ ਇੱਕ ਸਥਾਈ ਨੁਕਸਾਨ ਪਹੁੰਚਦਾ ਹੈ। ਇਸ ਤੋਂ ਬਿਨਾਂ ਅਭਿਨੈ ਇੱਕ ਸਿਹਤਮੰਦ ਕਸਰਤ ਨਹੀਂ ਹੈ, ਕਿਉਂਕਿ ਕਸਰਤ ਕਰਨ ਵਾਲੇ ਨੂੰ ਜ਼ਰੂਰੀ ਰੂਪ ਵਿੱਚ ਆਪਣੀ ਪ੍ਰਕਿਰਤੀ ਦੇ ਵਿਰੁੱਧ ਸ਼ੋਕ ਵਿਰਲਾਪ ਕਰਨਾ ਪੈਂਦਾ ਹੈ, ਜੋ ਉਸ ਦੇ ਸਰੀਰਕ ਜਾਂ ਮਾਨਸਿਕ ਸਿਹਤ ਨੂੰ ਕਿਸੇ ਤਰ੍ਹਾਂ ਵੀ ਲਾਭ ਨਹੀਂ ਪਹੁੰਚਦਾ। ਅਭਿਨੈ ਨਾਲ ਇੱਕ ਤਰ੍ਹਾਂ ਤੋਂ ਉਸ ਦੀ ਸ਼ਖਸੀਅਤ ਦਾ ਵਿਰੋਧ ਕਰਨਾ ਜੋ ਹੈ ਸ਼ਖਸੀਅਤ ਦਾ ਵਿਰੋਧ ਹੁੰਦਾ ਹੈ। ਪਰੰਤੂ ਪਲੈਟੋ ਨੇ ਇਹ ਵੀ ਆਖਿਆ ਕਿ ਜਦੋਂ ਅਭਿਨੇਤਾ ਮਨੁੱਖ ਜਾਤੀ ਦੇ ਉੱਤਮ ਚਰਿੱਤਰ ਦਾ ਅਭਿਨੈ ਕਰਦਾ ਹੈ ਤਾਂ ਉਸ ਦੇ ਚਰਿੱਤਰ ਦਾ ਵਿਕਾਸ ਵੀ ਹੁੰਦਾ ਹੈ।
ਕਰੂਣਾ ਭਰਿਆ ਅਤੇ ਹਾਸੇ ਭਰਿਆ ਸੁੱਖ। ਉਸ ਦੀ ਧਾਰਨਾ ਹੈ ਕਿ ਤਰਾਸਦੀ ਨਾਲ ਕਰੂਣਾ ਦਾ ਅਤੇ ਸੁਖਾਂਤ ਨਾਲ ਹਾਸੇ ਭਰਿਆ ਜਿਹੜਾ ਸੁੱਖ ਹੈ ਉਹ ਪੈਦਾ ਹੁੰਦਾ ਹੈ। ਪਲੈਟੋ ਅਨੁਸਾਰ ਮਨੁੱਖੀ ਸੁਭਾਅ ਬਹੁਤ ਸਾਰੇ ਭਾਵਾਂ ਜਿਵੇਂ ਕਿ ਈਰਖਾ, ਦੁੱਖ, ਡਰ ਆਦਿ ਦਾ ਮਿਸ਼ਰਣ ਹੈ। ਇਹਨਾਂ ਭਾਵਾਂ ਤੋਂ ਜਦੋਂ ਮਨੁੱਖ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਜਾਂਦਾ ਹੈ ਤਦ ਉਸ ਨੂੰ ਸੁੱਖ ਮਿਲਣ ਲੱਗਦਾ ਹੈ। ਮਨੁੱਖ ਨੂੰ ਜੇ ਗੁੱਸੇ ਅਤੇ ਰੋਣ ਨਾਲ ਸੁੱਖ ਨਾ ਮਿਲੇ ਤਾਂ ਉਹ ਅਜਿਹਾ ਕਿਉਂ ਕਰੇ। ਇਸੇ ਤਰ੍ਹਾਂ ਵਿਅਕਤੀ ਨੂੰ ਸੁਖਾਂਤ ਨਾਟਕ ਵਿਚਲੇ ਹਾਸੇ ਤੋਂ ਵੀ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਕਲਾ ਵਿਚਲੀਆਂ ਚੰਗਿਆਈਆਂ। ਉਹ ਇਸ ਗੱਲ ਦਾ ਵੀ ਸਮਰਥਕ ਸੀ ਕਿ ਕਲਾ ਅੰਦਰ ਚੰਗਿਆਈਆਂ ਹੋਣੀਆਂ ਚਾਹੀਦੀਆਂ ਹਨ ਅਤੇ ਉਹਨਾਂ ਕਲਾਕਾਰਾਂ ਨੂੰ ਲੱਭਣਾ ਚਾਹੀਦਾ ਹੈ ਜਿਹੜੇ ਆਪਣੀ ਪ੍ਰਕਿਰਤੀ ਦੀਆਂ ਚੰਗਿਆਈਆਂ ਜਾਂ ਉੱਤਮਤਾਂ ਵਿੱਚੋਂ ਹੀ ਸੁਹਜ ਅਤੇ ਆਦਰਸ਼ ਨੂੰ ਲੱਭ ਸਕਣ। ਪਲੈਟੋ ਆਪਣੀ ਰਚਨਾ ਰਿਪਬਲਿਕ ਵਿੱਚ ਲਿਖਦਾ ਹੈ ਕਿ ਸਾਨੂੰ ਉਹਨਾਂ ਕਲਾਕਾਰਾਂ ਨੂੰ ਖੋਜਣਾ ਚਾਹੀਦਾ ਹੈ ਜੋ ਕਿ ਆਪਣੀ ਪ੍ਰਕਿਰਤੀ ਦੀਆਂ ਚੰਗਿਆਈਆਂ ਜਾਂ ਉੱਤਮਤਾਂ ਵਿੱਚੋਂ ਹੀ ਸੁਹਜ ਅਤੇ ਆਦਰਸ਼ ਨੂੰ ਲੱਭ ਸਕਣ, ਤਾਂ ਕਿ ਸਾਡੇ ਨੌਜਵਾਨ ਜਿਹੜੇ ਕਿ ਸਵਸਥ ਸਥਾਨ ਉੱਤੇ ਰਹਿਣ ਵਾਲੇ ਵਿਅਕਤੀਆਂ ਦੇ ਬਰਾਬਰ ਹਨ, ਬਿਨਾਂ ਕਿਸੇ ਰੁਕਾਵਟ ਦੇ ਆਪਣੇ ਆਪ ਚੰਗਿਆਈ ਤੋਂ ਪ੍ਰਭਾਵਿਤ ਹੋ ਸਕਣ। ਕਿ ਪਲੈਟੋ ਦਾ ਜੋ ਕਵਿਤਾ ਸੰਬੰਧੀ ਦ੍ਰਿਸ਼ਟੀਕੋਣ ਨਿਵੇਕਲੀ ਕਿਸਮ ਦਾ ਹੈ। ਉਸ ਦੀਆਂ ਕਵਿਤਾਵਾਂ ਸੰਬੰਧੀ ਧਾਰਨਾਵਾਂ ਜੋ ਹੈ ਪਿੱਛੇ ਨਿੱਜ ਅਤੇ ਪਰ ਦਾ ਕਲਿਆਣ ਛੁਪਿਆ ਹੋਇਆ ਹੈ। ਫਿਰ ਵੀ ਉਸਨੇ ਆਪਣੇ ਵਿਚਾਰਾਂ ਵਿੱਚ ਕਵਿਤਾ ਦੇ ਦੋਸ਼ਾਂ ਉੱਤੇ ਹੀ ਜ਼ੋਰ ਦਿੱਤਾ ਹੈ। ਉਸਦੇ ਕਵਿਤਾ ਉੱਤੇ ਹਮਲੇ ਦਾ ਪਹਿਲਾ ਆਧਾਰ ਹੈ ਕਿ ਕਵਿਤਾ ਵੀ ਇੱਕ ਕਲਾ ਹੈ ਅਤੇ ਕਲਾ ਸੱਚ ਤੋਂ ਬਹੁਤ ਦੂਰ ਹੈ, ਜਾਂ ਕਹਿ ਲਓ ਦੁੱਗਣੀ ਦੂਰ ਹੈ। ਠੀਕ ਹੈ, ਤਾਂ ਪਲੈਟੋ ਖੁਦ ਵੀ ਹਿਰਦਾ ਰੱਖਣ ਵਾਲਾ ਵਿਅਕਤੀ ਸੀ। ਉਹ ਆਪਣੇ ਮੁੱਢਲੇ ਦੌਰ ਵਿੱਚ ਹੋਮਰ ਦਾ ਬਹੁਤ ਪ੍ਰਸ਼ੰਸਕ ਸੀ। ਇਸ ਤਰ੍ਹਾਂ ਉਹ ਆਪਣੇ ਸੰਸਕਾਰਾਂ ਅਤੇ ਸੁਭਾਅ ਕਾਰਨ ਵੀ ਕਵੀ ਸੀ, ਪਰ ਸਿੱਖਿਆ ਕਾਰਨ ਦਾਰਸ਼ਨਿਕ ਸੀ। ਇਸ ਲਈ ਕਾਵਿ ਅਤੇ ਦਰਸ਼ਨ ਬਾਰੇ ਉਸ ਦਾ ਅੰਤਰ ਜਿਹੜਾ ਦਵੰਦ ਸਮਰਾਟ ਵਿਖਾਈ ਦਿੰਦਾ ਹੈ। ਕਦੇ ਤਾਂ ਉਹ ਕਾਵਿ ਅਤੇ ਦਰਸ਼ਨ ਦੇ ਪੁਰਾਣੇ ਝਗੜੇ ਨੂੰ ਛੂਹਦਾ ਹੈ ਅਤੇ ਕਦੇ ਕਵਿਤਾ ਅੰਦਰ ਰੱਬੀ ਪ੍ਰੇਰਨਾ ਹੋਣ ਕਾਰਨ ਖੁੱਲ੍ਹੇ ਦਿਲ ਨਾਲ ਕਾਵਿ ਦੀ ਪ੍ਰਸ਼ੰਸਾ ਵੀ ਕਰਦਾ ਹੈ। ਆਪਣੇ ਜੀਵਨ ਦੇ ਮੁੱਢਲੇ ਦੌਰ ਵਿੱਚ ਉਸ ਉੱਤੇ ਕਾਵਿ ਦਾ ਜੋ ਹੈ ਨਿਸ਼ਚਿਤ ਰੂਪ ਵਿੱਚ ਅਨੁਕੂਲ ਅਤੇ ਢੁਕਵਾਂ ਜੋ ਹੈ ਪ੍ਰਭਾਵ ਪਿਆ ਹੈ, ਪਰੰਤੂ ਉਮਰ ਵਧਣ ਨਾਲ ਅਤੇ ਸੋਚ ਵਿੱਚ ਪਕੇਰਾਪਣ ਆਉਣ ਨਾਲ ਇਹ ਪ੍ਰਭਾਵ ਘਟਦਾ ਗਿਆ। ਉਹ ਆਪਣੀ ਪੁਸਤਕ ਰਿਪਬਲਿਕ ਵਿੱਚ ਇੱਕ ਥਾਂ ਆਖਦਾ ਹੈ ਕਿ ਆਪਣੀ ਜਵਾਨੀ ਵਿੱਚ ਹੋਮਰ ਪ੍ਰਤੀ ਮੇਰੇ ਮਨ ਵਿੱਚ ਡੂੰਘੀ ਸ਼ਰਧਾ ਮਿਸ਼ਰਿਤ ਡਰ ਅਤੇ ਪ੍ਰੇਮ ਰਿਹਾ ਹੈ। ਉਸ ਸੰਬੰਧੀ ਕੁਝ ਆਖਦਿਆਂ ਹੁਣ ਵੀ ਮੇਰੇ ਸ਼ਬਦ ਹੋਠਾਂ ਉੱਤੇ ਲੜਖੜਾਉਂਦੇ ਹਨ। ਉਹ ਦਿਲ ਖਿੱਚਵੀਂ ਤਰਾਸਦੀ ਦੇ ਮਹਾਨ ਨੇਤਾ ਹਨ, ਗੁਰੂ ਹਨ, ਪਰੰਤੂ ਸੱਚ ਤਾਂ ਸੱਚ ਹੀ ਹੈ। ਸੱਚ ਦੇ ਮੁਕਾਬਲੇ ਵਿੱਚ ਵਿਅਕਤੀ ਨੂੰ ਵੱਧ ਮਹੱਤਵ ਨਹੀਂ ਦਿੱਤਾ ਜਾ ਸਕਦਾ। ਸੱਚ ਬਾਰੇ ਜੋ ਪਲੈਟੋ ਦੀ ਧਾਰਨਾ ਸੀ ਉਹ ਸੀ ਕਿ ਸੱਚ ਉਹ ਹੈ ਜਿਸ ਤੋਂ ਸਮਾਜ ਅਤੇ ਵਿਅਕਤੀ ਦੇ ਨੈਤਿਕ ਅਤੇ ਅਧਿਆਤਮਿਕ ਜੀਵਨ ਨੂੰ ਤਾਕਤ ਮਿਲੇ। ਇਹ ਸੀ ਕਿ ਸੱਚ ਉਹ ਹੈ ਜਿਸ ਤੋਂ ਸਮਾਜ ਅਤੇ ਵਿਅਕਤੀ ਦੇ ਨੈਤਿਕ ਅਤੇ ਅਧਿਆਤਮਿਕ ਜੀਵਨ ਨੂੰ ਤਾਕਤ ਮਿਲੇ। ਇਸ ਦੇ ਉਲਟ ਜੋ ਕੁਝ ਵੀ ਹੈ ਉਸ ਨੂੰ ਉਹ ਅਸਤ ਮੰਨਦਾ ਹੈ। ਉਹ ਕਾਵਿ ਅਤੇ ਆਦਰਸ਼ ਨੂੰ ਅੰਤਰ ਸੰਬੰਧਿਤ ਮੰਨਦਾ ਹੈ। ਉਸ ਦਾ ਕਹਿਣਾ ਹੈ ਕਿ ਜਦੋਂ ਕਦੇ ਕਈ ਪ੍ਰਾਣੀਆਂ ਜਾਂ ਵਸਤਾਂ ਦੀ ਇੱਕ ਸਾਂਝੀ ਸੰਗਿਆ ਹੁੰਦੀ ਹੈ ਤਦ ਅਸੀਂ ਕਲਪਨਾ ਕਰ ਲੈਂਦੇ ਹਾਂ ਕਿ ਉਹਨਾਂ ਦਾ ਇੱਕ ਸਰਵ ਸਧਾਰਨ ਆਦਰਸ਼ ਹੋਵੇਗਾ। ਉਸ ਦੀ ਇਹ ਵੀ ਧਾਰਨਾ ਹੈ ਕਿ ਈਸ਼ਵਰ ਅਜਿਹੇ ਹੀ ਸਰਵ ਸਧਾਰਨ ਆਦਰਸ਼ ਦਾ ਕਰਤਾ ਹੈ, ਨਾ ਕਿ ਵਿਸ਼ੇਸ਼ ਦਾ। ਇਹੋ ਸਰਵ ਸਧਾਰਨ ਆਦਰਸ਼ ਸੱਤ ਹੈ। ਉਹ ਹੋਮਰ ਦੇ ਪ੍ਰਤੀ ਸ਼ਰਧਾ ਰੱਖਦਾ ਸੀ, ਪਰ ਸੱਤ ਉਸ ਤੋਂ ਵੀ ਵੱਡਾ ਸੀ। ਉਸ ਦਾ ਕਥਨ ਹੈ, ਸੱਤ ਦੀ ਕੀਮਤ ਉੱਤੇ ਕਿਸੇ ਦਾ ਸਨਮਾਨ ਕਰਨਾ ਅਢੁਕਵਾਂ ਹੋਵੇਗਾ। ਜਿੱਥੋਂ ਤੱਕ ਕਾਵਿ ਸੱਤ ਦਾ ਸੰਬੰਧ ਹੈ,
ਪਲੈਟੋ ਨੇ ਆਪਣੇ ਯੁੱਗ ਦੀਆਂ ਕਾਵ ਕਿਰਤਾਂ ਤੋਂ ਪ੍ਰਭਾਵਿਤ ਹੋ ਕੇ ਇਸ ਦੇ ਸੰਬੰਧ ਵਿੱਚ ਆਪਣਾ ਨਿਰਣਾ ਦਿੱਤਾ। ਉਸ ਨੇ ਅਨੁਭਵ ਕੀਤਾ ਕਿ ਜੀਵਨ ਵਿੱਚ ਜੋ ਕੁਝ ਉਦਾਤ ਅਤੇ ਮਨਾ ਹੈ, ਕਾਵ ਵਿੱਚ ਉਸ ਦੇ ਉਲਟ ਹੈ। ਉਦਾਹਰਨ ਲਈ ਹੋਮਰ ਦੇ ਕਾਵ ਵਿੱਚ ਨਾਇਕ ਨੂੰ ਰੋਂਦਿਆਂ ਅਤੇ ਛਾਤੀ ਪਿੱਟਦੇ ਹੋਏ ਵਿਖਾਇਆ ਗਿਆ ਹੈ, ਪਰੰਤੂ ਜੀਵਨ ਵਿੱਚ ਅਸੀਂ ਇਸ ਨੂੰ ਚੰਗਾ ਨਹੀਂ ਸਮਝਦੇ। ਸਾਡਾ ਤਰਕ ਸਾਨੂੰ ਅਜਿਹਾ ਕਰਨ ਤੋਂ ਰੋਕਦਾ ਹੈ, ਪਰੰਤੂ ਕਾਵ ਵਿੱਚ ਅਸੀਂ ਇਹ ਸਭ ਕੁਝ ਆਨੰਦ ਪ੍ਰਾਪਤੀ ਲਈ ਪੜ੍ਹਦੇ ਹਾਂ। ਸੋ ਉਸ ਦਾ ਕਹਿਣਾ ਹੈ ਕਿ ਕਾਵ ਦਾ ਸੱਤ ਅਸਲ ਸੱਤ ਨਹੀਂ ਹੈ। ਇਹ ਇੱਕ ਥਾਂ ਇਹ ਵੀ ਆਖਦਾ ਹੈ ਕਿ ਉਹ ਕਾਵ ਦੇ ਆਨੰਦ ਨੂੰ ਇਸ ਕਾਰਨ ਵੀ ਅਸਵੀਕਾਰ ਕਰਦਾ ਹੈ ਕਿ ਉਹ ਸੱਚ ਨੂੰ ਪੇਸ਼ ਕਰਨ ਤੋਂ ਅਸਮਰਥ ਹੈ। ਪਲੈਟੋ ਕਵਿਤਾ ਵਿਚਲੇ ਸੱਚ ਨੂੰ ਇਸ ਲਈ ਅਸਲ ਸੱਚ ਨਹੀਂ ਮੰਨਦਾ ਕਿਉਂਕਿ ਕਵਿਤਾ ਅਗਿਆਨ ਤੋਂ ਪੈਦਾ ਹੁੰਦੀ ਹੈ। ਇਸ ਦੀ ਧਾਰਨਾ ਹੈ ਕਿ ਕਵੀ ਜਿਸ ਵਸਤੂ ਦਾ ਅਨੁਕਰਨ ਨਕਲ ਕਰਦਾ ਹੈ ਉਹ ਉਸ ਦੀ ਪ੍ਰਕਿਰਤੀ ਤੋਂ ਜਾਣੂ ਨਹੀਂ ਹੁੰਦਾ। ਜਿਸ ਤਰ੍ਹਾਂ ਪਲੰਘ ਦਾ ਚਿੱਤਰ ਬਣਾਉਣ ਵਾਲਾ ਚਿੱਤਰਕਾਰ ਅਸਲ ਜਾਂ ਮੂਲ ਪਲੰਘ ਦੀ ਪ੍ਰਕਿਰਤੀ ਤੋਂ ਨਾ ਤਾਂ ਪੂਰੇ ਰੂਪ ਵਿੱਚ ਪਰਿਚਿਤ ਹੀ ਹੁੰਦਾ ਹੈ ਅਤੇ ਨਾ ਉਸ ਦਾ ਸਰੂਪ ਹੀ ਸੱਚਾਈ ਨਾਲ ਬਣਾ ਸਕਦਾ ਹੈ। ਇਸੇ ਤਰ੍ਹਾਂ ਤਰਾਸਦੀ ਜਾਂ ਕਵਿਤਾ ਦਾ ਲੇਖਕ ਨਾ ਤਾਂ ਆਪਣੇ ਨਕਲ ਕੀਤੇ ਜਾਣ ਵਾਲੇ ਕੰਮ ਤੋਂ ਜਾਣੂ ਹੁੰਦਾ ਹੈ ਅਤੇ ਨਾ ਉਸ ਦਾ ਸਰੂਪ ਹੀ ਅੰਕਿਤ ਕਰ ਸਕਦਾ ਹੈ। ਇਸ ਲਈ ਉਸ ਦਾ ਅਨੁਕਰਨ ਅਗਿਆਨ ਵਾਲਾ ਹੁੰਦਾ ਹੈ ਅਤੇ ਉਸ ਦਾ ਸੱਤ ਭੁਲੇਖੇ ਭਰਿਆ ਹੁੰਦਾ ਹੈ। ਪਲੈਟੋ ਕਵਿਤਾ ਨੂੰ ਖੁਦ ਉਤਪੰਨ ਹੋਇਆ ਭਾਵ ਉਦਗਾਰ ਮੰਨਦਾ ਹੈ। ਕੋਈ ਵੀ ਕਵੀ ਆਪਣੀ ਕਾਵ ਰਚਨਾ ਵਿੱਚ ਗੰਭੀਰ ਰੂਪ ਵਿੱਚ ਮਨੋਪ੍ਰਵਿਰਤ ਨਹੀਂ ਹੁੰਦਾ। ਉਹ ਪਹਿਲਾਂ ਤੋਂ ਹੀ ਇਹ ਗੱਲ ਨਹੀਂ ਚਿਤਵਦਾ ਜਾਂ ਸੋਚਦਾ ਕਿ ਉਸਨੇ ਕੀ ਲਿਖਣਾ ਹੈ, ਸਗੋਂ ਅਚਾਨਕ ਹੀ ਕਾਵ ਦੇਵੀ ਜਾਂ ਅੰਤਰ ਪ੍ਰੇਰਨਾ ਤੋਂ ਪ੍ਰੇਰਿਤ ਹੋ ਕੇ ਉਹ ਕਾਵ ਰਚਨਾ ਕਰਦਾ ਹੈ। ਪਲੈਟੋ ਪੁੱਛਦਾ ਹੈ ਕਿ ਅਜਿਹੇ ਖੁਦ ਉਤਪੰਨ ਕੀਤੇ ਭਾਵ ਉਦਗਾਰ ਵਿਸ਼ਵਾਸਯੋਗ ਹੋ ਸਕਦੇ ਹਨ, ਠੀਕ ਹੈ, ਕਿ ਉਹ ਸੱਤ ਨੂੰ ਸਥਾਪਿਤ ਕਰ ਸਕਦੇ ਹਨ? ਬਿਨਾਂ ਸ਼ੱਕ ਕਦੇ ਨਹੀਂ, ਠੀਕ ਹੈ। ਕਵੀ ਵੀ ਅਭਿਵਿਅਕਤੀ ਦੀ ਗੰਭੀਰ ਸੱਚ ਦਾ ਉਦਘਾਟਨ ਕਰਦੇ ਹੈ, ਪਰ ਉਦੋਂ ਹੀ ਜਦੋਂ ਕਵੀ ਕਰਮ ਤਰਕ ਦੀ ਕਸਵੱਟੀ ਉੱਤੇ ਕੱਸ ਕੇ ਕੀਤਾ ਜਾਂਦਾ ਹੈ, ਠੀਕ ਹੈ। ਤਾਂ ਬੇਟਾ ਆਪਾਂ ਅੰਤ ਵਿੱਚ ਗੱਲ ਕਰਾਂਗੇ ਕਿ ਅਸੀਂ ਇਸ ਸਿੱਟੇ ਵਜੋਂ ਆਖ ਸਕਦੇ ਹਾਂ ਕਿ ਪਲੈਟੋ ਦਾ ਜਨਮ ਯੂਨਾਨ ਅੰਦਰ ਉਸ ਯੁੱਗ ਅੰਦਰ ਹੋਇਆ ਜਦੋਂ ਐਥਨਜ਼ ਰਾਜ ਸੰਘਰਸ਼ ਵਿੱਚੋਂ ਲੰਘ ਰਿਹਾ ਸੀ ਅਤੇ ਉਸ ਦੀਆਂ ਸਮਕਾਲੀ ਘਟਨਾਵਾਂ ਦਾ ਉਸ ਉੱਤੇ ਡੂੰਘਾ ਪ੍ਰਭਾਵ ਪਿਆ। ਉਸਨੇ ਆਪਣੀਆਂ ਪੁਸਤਕਾਂ ਵਿੱਚ ਕਲਾ, ਕਵਿਤਾ ਅਤੇ ਨਾਟਕ ਸੰਬੰਧੀ ਵਿਚਾਰ ਜੋ ਹੈ ਪ੍ਰਗਟਾਏ ਹਨ। ਉਸ ਦੇ ਵਿਚਾਰ ਅਰਸਤੂ ਨਾਲ ਕੁਝ ਸੁਮੇਲਤਾ ਵੀ ਰੱਖਦੇ ਹਨ ਅਤੇ ਵੱਖਰਤਾ ਵੀ ਰੱਖਦੇ ਹਨ। ਕੁਝ ਵੀ ਹੋਵੇ, ਆਪਣੀ ਵਿਚਾਰਧਾਰਾ ਕਾਰਨ ਉਹ ਸਾਹਿਤ ਆਲੋਚਨਾ ਦੇ ਖੇਤਰ ਵਿੱਚ ਜੋ ਹੈ ਵੱਡਮੁੱਲਾ ਯੋਗਦਾਨ ਪਾ ਗਿਆ ਹੈ।